ਕਹਿੰਦੇ ਨੇ ਸਾਹਿਤ ਕਿਸੇ ਕਿੱਤੇ ਦਾ ਮੁਤਾਜ ਨਹੀਂ ਹੁੰਦਾ। ਕੰਮ ਚਾਹੇ ਛੋਟਾ ਹੋਵੇ ਚਾਹੇ ਵੱਡਾ, ਲੇਕਿਨ ਜੋ ਲੋਕ ਸਾਹਿਤ ਨਾਲ ਜੁੜੇ ਹੁੰਦੇ ਨੇ ਉਹ ਆਪਣਾ ਰਾਸਤਾ ਖੁਦ ਬਣਾਉਂਦੇ ਨੇ ਅਤੇ ਸਾਹਿਤ ਲਿਖਣ ਦੇ ਵਿੱਚ ਸક્ષਮ ਹੁੰਦੇ ਨੇ। ਇਸ ਨੂੰ ਸਾਬਿਤ ਕੀਤਾ ਹੈ ਦਵਾਰਕਾ ਭਾਰਤੀ, ਜੋ ਕਿ ਹੁਸ਼ਿਆਰਪੁਰ ਦੇ ਵਸਨੀਕ ਨੇ ਔਰ ਕਿੱਤੇ ਵਜੋਂ ਇੱਕ ਚੱਪਲ ਬਣਾਉਣ ਵਾਲੇ ਦਾ ਕੰਮ ਕਰਦੇ ਨੇ, ਜਿਸ ਨੂੰ ਲੋਕ ਪੰਜਾਬੀ ਵਿੱਚ ਮੋਚੀ ਕਹਿੰਦੇ ਨੇ। ਲੇਕਿਨ ਦਵਾਰਕਾ ਭਾਰਤੀ ਵੱਲੋਂ ਆਪਣੀਆਂ ਉਪਲਬਧੀਆਂ ਰਾਹੀਂ ਲੋਕਾਂ ਨੂੰ ਦਿਖਾ ਦਿੱਤਾ ਗਿਆ ਹੈ ਕਿ ਸਾਹਿਤ ਕਿਸੇ ਵੀ ਖੇਤਰ ਦੇ ਵਿੱਚ ਆਪਣਾ ਨਾਮ खुद बना सकता है। दवारका भारती साडे नाल मौजूद ने, उन्हां नाल गल करदे हां। दवारका जी, समर न्यूज़ दे विच तुहाडा स्वागत है। सब तो पहला कि इस साहित्य की शुरुआत के पिछे किस तरह की मेहनत है और इत्थे तक पहुँचने वास्ते किन्ने किहड़े औकड़ावां दा सामना करना पिया? जी हाँ, सब तो पहला मैं आप दोनों सज्जणों का बहुत धन्यवाद करदा, तुसीं अपना टाइम कढ़िया। दरअसल ਸਾਹਿਤਕਾਰ ਜਿਹੜੇ ਹੁੰਦੇ ਜੀ ਬਣਦੇ ਨਹੀਂ, ਨਾ ਕੋਈ ਇਸ ਤਰ੍ਹਾਂ ਦਾ ਕਾਰਖਾਨਾ ਜਿੱਥੇ ਸਾਹਿਤਕਾਰ ਬਣ ਕੇ ਬਾਹਰ ਨਿਕਲਦੇ ਆ। ਸਾਹਿਤ ਦਾ ਇੱਕ ਰੁਚੀ ਨਾਲ ਬਹੁਤ ਬੜਾ ਸੰਬੰਧ ਆ। ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਤਾਂ ਬਚਪਨ ਤੋਂ ਹੀ ਮੈਨੂੰ ਜਦੋਂ ਤੋਂ ਮੈਂ ਅੱਖਰ ਗਿਆਨ ਲੈਣਾ ਸ਼ੁਰੂ ਕੀਤਾ, ਮੇਰੇ ਇੱਕ ਅੰਦਾਜ਼ੇ ਮੁਤਾਬਕ ਮੈਂ ਸ਼ਾਇਦ 5ਵੀਂ ਜਾਂ 6ਵੀਂ ਕਲਾਸ ਦੇ ਵਿੱਚ ਸੀਗਾ ਤੇ ਮੈਨੂੰ ਸ਼ੁਰੂ ਤੋਂ ਹੀ ਕਹਾਣੀਆਂ, ਕਵਿਤਾਵਾਂ ਜਾਂ ਹੋਰ ਜਿਹੜੀ ਵਿਧਾ ਸਾਹਿਤ ਦੀ ਹੁੰਦੀ ਆ ਉਹ ਮੈਨੂੰ ਪੜ੍ਹਨ ਦੀ ਬਹੁਤ ਆਦਤ ਸੀ। ਜਿਸ ਤਰ੍ਹਾਂ ਮੇਰੀਆਂ 5ਵੀਂ ਜਾਂ 6ਵੀਂ ਦੀਆਂ ਜਿਹੜੀਆਂ ਕਿਤਾਬਾਂ, ਜਿਹੜੀ ਮੇਰੇ ਪਾਠਕ੍ਰਮ ਸਿਲੇਬਸ ਦੀ ਪੁਸਤਕਾਂ ਹੁੰਦੀਆਂ ਸਨ, ਅਤੇ ਉਹਨਾਂ ਪੁਸਤਕਾਂ ਤੋਂ ਇਲਾਵਾ ਮੈਨੂੰ ਹੋਰ ਵੀ ਬਹੁਤ ਕੁਛ ਪੜ੍ਹਨ ਦਾ ਜਿਹੜਾ ਸੀਗਾ ਸ਼ੌਕ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਸੌਣ ਤੋਂ ਪਹਿਲਾਂ ਮੈਂ ਜਦ ਤੱਕ ਕੋਈ ਹੋਰ ਪੁਸਤਕ ਸਿਲੇਬਸ ਤੋਂ ਇਲਾਵਾ ਪੜ੍ਹ ਨਹੀਂ ਸੀ ਲੈਂਦਾ ਤਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ। ਇਹ ਉਹਨਾਂ ਦਿਨਾਂ ਦੀ ਗੱਲਾਂ ਜਦੋਂ ਸਾਡਾ ਕੋਈ TV ਵਗੈਰਾ ਨਹੀਂ ਸੀ ਹੁੰਦੇ ਔਰ ਦੂਸਰਾ ਕੋਈ ਇੰਟਰਟੇਨਮੈਂਟ ਦਾ ਸਾਧਨ ਸਾਡੇ ਕੋਲ ਨਹੀਂ ਸੀ। ਅਤੇ ਮੇਰੀਆਂ ਜਿਹੜੀ ਰੁਚੀ ਸੀਗੀ ਉਹ ਆਪਣੀਆਂ ਜਿਹੜੀਆਂ ਪੁਸਤਕਾਂ ਤੋਂ ਇਲਾਵਾ ਜਿਹੜੀਆਂ ਸਾਹਿਤ ਦੀਆਂ, ਉਹਨਾਂ ਦਿਨਾਂ ਵਿੱਚ ਹਿੰਦੀ ਦੇ ਵਿੱਚ ਸਾਹਿਤ ਦੇ ਵਿੱਚ ਕੁਝ ਮੈਗਜ਼ੀਨ ਹੁੰਦੇ ਸਨ ਜਿਨ੍ਹਾਂ ਦਾ ਨਾਂ ਇੱਕ ਚੰਦਾ ਮਾਮਾ ਹੈ, ਇੱਕ ਰਾਜਾ ਭਈਆ, ਇਸ ਤਰ੍ਹਾਂ ਦੇ ਇੱਕ ਦੋ ਮੈਗਜ਼ੀਨ ਹੋਰ ਹੁੰਦੇ ਸੀ ਜਿਹੜੇ ਬੱਚਿਆਂ ਵਾਸਤੇ ਹੁੰਦੇ ਸੀ। ਅਤੇ ਉਹ ਮੈਂ ਬਕਾਇਦਾ ਉਹਨੂੰ ਮੈਂ ਲਿਆ ਕੇ ਮੈਂ ਉਹਨਾਂ ਨੂੰ ਪੜ੍ਹਿਆ ਕਰਦਾ ਸੀ। ਨਵੇਂ ਤਾਂ ਨਹੀਂ ਮਿਲਦੇ ਸੀ, ਵਜ੍ਹਾ ਇਹ ਸੀ ਭਈ ਮਾਈਕ ਸਥਿਤੀ ਜਿਹੜੀ ਉਹਨਾਂ ਦਿਨਾਂ 'ਚ ਬਹੁਤ ਹੀ ਵਧੀਆ ਹੀ ਸੀ। ਅਤੇ ਮੈਂ ਜਿਹੜੇ ਸਾਡੇ ਸ਼ਹਿਰ ਦੇ ਕੁਵਾੜੀ, ਇੱਕ ਦੁਕਾਨ ਆ ਕੁਵਾੜੀਆਂ ਦੀ, ਮੈਂ ਉੱਥੇ ਜਾਣਾ, ਉੱਥੇ ਜਾ ਕੇ ਮੈਂ ਕਾਫੀ ਰੱਦੀ ਦੇ ਭਾਅ 'ਤੇ ਮੈਗਜ਼ੀਨ ਲੱਭ ਕੇ, ਮਤਲਬ ਰੱਦੀ ਦੇ ਵਿੱਚੋਂ ਦੇਖ ਕੇ ਉਹ ਮੈਂ ਲਿਆਣੇ। ਉਹ ਲਿਆ ਕੇ ਫਿਰ ਮੈਂ ਉਹਨਾਂ ਨੂੰ ਪੜ੍ਹਨਾ ਔਰ ਉਹਨਾਂ ਦੇ ਉੱਪਰ ਜਿਲਦ ਸਾਜੀ ਕਰਕੇ ਆਪ ਜਿਲਦ ਬੰਨਣੀ ਆ। ਜਿਲਦ ਬੰਨ੍ਹ ਕੇ ਤਾਂ ਮੈਂ ਉਹ ਇੱਕ ਸੇਫ ਰੱਖ ਲੈਂਦਾ ਸੀਗਾ ਮੈਂ, ਕਿਉਂਕਿ ਮੈਂ ਇੱਕ ਵਾਰ ਹੀ ਨਹੀਂ ਪੜ੍ਹਦਾ ਸੀ, ਦੁਬਾਰਾ ਫਿਰ ਮੰਨ ਲਓ ਜਿਹੜੇ ਮੈਂ ਅੱਜ ਮੈਗਜ਼ੀਨ ਪੜ੍ਹਿਆ ਉਹ ਮੈਂ ਦੁਬਾਰਾ ਫਿਰ ਉਹਨੂੰ ਮੈਂ ਮਤਲਬ ਜਿਸ ਵੇਲੇ ਟਾਈਮ ਲੱਗਣਾ, ਸੌਣ ਵੇਲੇ ਜਾਂ ਰੋਟੀ ਖਾਣ ਵੇਲੇ। ਔਰ ਹੈਰਾਨੀ ਦੀ ਗੱਲ ਹੈ ਵੀ ਮੈਂ ਰੋਟੀ ਖਾਣ ਵੇਲੇ ਵੀ ਪੜ੍ਹਦਾ ਸੀ। ਔਰ ਉਹ ਜਿਹੜੀ ਆਦਤ ਆ ਉਹ ਅੱਜ ਵੀ ਮੈਨੂੰ ਆ। ਮੈਂ ਇੱਕ ਪਾਸੇ ਮੇਰੀ ਅਖਬਾਰ ਜਾਂ ਮੈਗਜ਼ੀਨ ਹੁੰਦਾ, ਦੂਸਰੇ ਪਾਸੇ ਮੈਂ ਅੱਜ ਵੀ ਜਿਹੜਾ ਖਾਣਾ ਖਾਂਦਾ 15-20 ਮਿੰਟ ਅੱਧਾ ਘੰਟਾ ਲੱਗਦਾ ਤਾਂ ਮੈਂ ਪੜ੍ਹਦਾ ਹੀ ਖਾਂਦਾ। ਇਹ ਮੇਰੀ ਆਦਤ ਬਣ ਗਈ ਆ, ਅੱਜ ਵੀ ਉਹ ਆਦਤ ਕਾਇਮ ਹੈ। ਸੋ ਇਹ ਹੈ ਭਈ ਸਾਹਿਤ ਦਾ ਜਿਹੜੀ ਰੁਚੀ ਆ ਉਹ ਮੇਰੇ ਪੜ੍ਹਨ ਦੀ ਆਦਤ ਕਰਕੇ ਹੀ ਬਣੀ ਆ। ਔਰ ਜਿਵੇਂ ਮੈਂ ਅਗਲੀਆਂ ਕਲਾਸਾਂ ਵਿੱਚ ਚਲ ਗਿਆ, 8ਵੀਂ ਚਲਾ ਗਿਆ, 9ਵੀਂ ਚਲਾ ਗਿਆ, 10ਵੀਂ ਚਲਾ ਗਿਆ, ਇਹ ਜਿਹੜਾ ਮੇਰਾ ਸ਼ੌਕ ਆ ਇਹ ਘਟਿਆ ਨਹੀਂ, ਲਗਭਗ ਵੱਧਦਾ ਹੀ ਚਲਾ ਗਿਆ। ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਬੰਦੇ ਨੂੰ ਕਿਸੇ ਗਿਆਨ ਦੀ ਭੁੱਖ ਹੁੰਦੀ ਆ, ਉਹ ਜਿਹੜੀ ਭੁੱਖ ਹੈ ਉਹ ਗਾਹਾਂ ਤੋਂ ਗਾਹਾਂ ਜਿਉਂ ਖੋਜ ਕਰੀ ਜਾਂਦਾ ਤਿਉਂ ਉਹ ਵੱਧਦੀ ਚਲੀ ਜਾਂਦੀ ਆ। ਅਤੇ ਮੇਰੇ ਨਾਲ ਵੀ ਇੱਦਾਂ ਹੋਇਆ, ਜਿਉਂ ਮੈਂ ਬੜੀਆਂ ਕਲਾਸਾਂ 'ਚ ਗਿਆ ਅਤੇ ਮੈਂ ਪਹਿਲਾਂ ਛੋਟੀਆਂ ਪੁਸਤਕਾਂ ਪੜ੍ਹਦਾ ਸੀ, ਛੋਟੇ ਮੈਗਜ਼ੀਨ ਪੜ੍ਹਦਾ ਸੀ ਹਿੰਦੀ ਜਾਂ ਪੰਜਾਬੀ ਦੇ। ਅਤੇ ਜਿਉਂ ਮੈਂ ਮੇਰੀ ਕਲਾਸਾਂ ਉੱਪਰ ਚਲਾ ਗਿਆ, ਮੈਂ 9ਵੀਂ ਚਲਾ ਗਿਆ, 10ਵੀਂ ਚਲਾ ਗਿਆ, ਅਤੇ ਮੇਰੇ ਹੱਥਾਂ ਦੇ ਵਿੱਚ ਮੋਟੇ ਨਾਵਲ, ਮੋਟੀਆਂ ਪੁਸਤਕਾਂ ਆਉਂਦੀਆਂ ਚਲੇ ਗਈਆਂ। ਔਰ ਇਹ ਇੱਕ ਮੇਰਾ ਰਿਕਾਰਡ ਹੈ
ਜਿਹੜੀ ਮੈਂ ਕੋਈ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ, ਚਾਹੇ 100 ਪੇਜ ਦੀ ਹੈ, ਚਾਹੇ 200 ਪੇਜ ਦੀ ਹੈ, ਚਾਹੇ 400 ਪੇਜ ਦੀ ਹੈ, ਮੈਂ ਜਦ ਤੱਕ ਉਹਨੂੰ ਖ਼ਤਮ ਨਹੀਂ ਕਰ ਲੈਂਦਾ ਸੀ ਤੇ ਮੈਂ ਉਹਨੂੰ ਛੱਡਦਾ ਨਹੀਂ ਸੀ। ਦੁਬਾਰਕਾ ਜੀ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਕਿੱਥੋਂ ਪ੍ਰੋਤਸਾਹਿਤ ਹੋ ਕੇ ਲਿਖਣਾ ਸ਼ੁਰੂ ਕੀਤਾ, ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਸੀ? ਹਾਂ, ਇਸ ਤਰ੍ਹਾਂ ਹੈ ਜੀ, ਜਿਸ ਵੇਲੇ ਮੈਂ ਆਪਣੇ ਮੇਰੀ ਪੜ੍ਹਾਈ ਖ਼ਤਮ ਹੁੰਦੀ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਇੱਕ ਜੌਬ ਆ, ਮੇਰੀ ਨੌਕਰੀ ਮੈਂ ਕੀਤੀ ਆ ਕੁਛ ਸਾਲ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਦੇ ਵਿੱਚ, ਉੱਥੇ ਚਲਾ ਗਿਆ ਤੇ ਉੱਥੋਂ ਦੇ ਕੁਛ ਅਨੁਭਵ ਮੇਰੇ ਜਿਹੜੇ, ਔਰ ਉਸ ਤੋਂ ਬਾਅਦ ਦੀ ਜਿਹੜੀ ਮੇਰੀ ਅਗਾਂਹ ਜ਼ਿੰਦਗੀ ਸ਼ੁਰੂ ਹੁੰਦੀ ਆ, ਉਹਦੇ ਵਿੱਚ ਇਸ ਤਰ੍ਹਾਂ ਦੇ ਮੇਰੇ ਤਜਰਬੇ, ਕੌੜੇ ਤਜਰਬੇ ਵੀ ਆ, ਮਿੱਠੇ ਵੀ ਆ, ਪਰ ਜ਼ਿਆਦਾਤਰ ਜਿਹੜੇ ਮੇਰੇ ਆ ਉਹ ਕੌੜੇ ਤਜਰਬੇ ਰਹੇ ਆ। ਔਰ ਇਸ ਨਿਗਾਹ ਨਾਲ ਮੈਂ ਜਿਹੜਾ ਮੇਰਾ ਸਾਹਿਤ ਪੜ੍ਹਨ ਦਾ ਜਿਹੜਾ ਮੇਰਾ ਖੇਤਰ ਸੀਗਾ ਜਾਂ ਟੇਸਟ ਸੀਗਾ, ਉਹ ਵੀ ਚੇਂਜ ਹੁੰਦਾ ਚਲਾ ਗਿਆ। ਔਰ ਪਹਿਲਾਂ ਮੈਂ ਕਥਾ ਕਹਾਣੀਆਂ ਕਵਿਤਾਵਾਂ ਦੇ ਵਿੱਚ ਰੁਚੀ ਰੱਖਦਾ ਸੀ। ਇਸ ਤੋਂ ਬਾਅਦ ਮੈਂ ਵੱਡੇ ਵੱਡੇ ਜਿਹੜੇ ਸਾਡੇ ਦੁਨੀਆ ਦੇ ਥਿੰਕਰ ਹੈ, ਵੱਡੇ ਵੱਡੇ ਵਿਅਕਤੀਤਵ ਹੈ, ਵੱਡੇ ਵੱਡੇ ਆਦਮੀ ਆ, ਚਾਹੇ ਉਹ ਧਾਰਮਿਕ ਆ, ਚਾਹੇ ਉਹ ਗੈਰ ਧਾਰਮਿਕ ਆ, ਸਮਾਜਿਕ ਆ, ਅਤੇ ਉਹਨਾਂ ਨੂੰ ਜਿਹੜੇ ਪੜ੍ਹਨਾ ਸ਼ੁਰੂ ਕੀਤਾ, ਖਾਸ ਕਰਕੇ ਮੈਂ ਚਰਚਾ ਕਰਨੀ ਚਾਹਾਂਗਾ ਡਾਕਟਰ ਅੰਬੇਡਕਰ ਦੀ। ਅਤੇ ਡਾਕਟਰ ਅੰਬੇਡਕਰ ਵਰਗੇ ਹੋਰ ਜਿਹੜੇ ਮਾਰਕਸਵਾਦ, ਜਿਵੇਂ ਲੈਨਨ ਹੋਏ, ਮਾਰਕਸ ਹੋਏ, ਉਸ ਤੋਂ ਇਲਾਵਾ ਹੋਰ ਸਾਡੇ ਮੁਲਕ ਦੇ ਬਹੁਤ ਜਿਹੜੇ ਇੱਦਾਂ ਦੇ ਰਾਈਟਰ ਸੀ ਹਿੰਦੀ ਦੇ, ਜਿਸ ਤਰ੍ਹਾਂ ਪ੍ਰੇਮ ਚੰਦ ਹੋ ਗਏ ਅਤੇ ਹੋਰ ਹਿੰਦੀ ਦੇ ਜਿਹੜੇ ਰਾਈਟਰ ਆ, ਭੀਸ਼ਮ ਸਾਹਨੀ ਹੋ ਗਏ, ਇਹਨਾਂ ਨੂੰ ਜਦੋਂ ਪੜ੍ਹਿਆ ਮੈਂ, ਅਤੇ ਮੇਰੀ ਜਿਹੜੀ ਸੋਚਣ ਦੀ ਜਿਹੜੀ ਮੇਰਾ ਇੱਕ ਨਜ਼ਰੀਆ ਸੀ ਜਿਹੜਾ ਮੇਰਾ, ਉਹ ਬਦਲਦਾ ਚਲਾ ਗਿਆ, ਸਮਾਜ ਨਾਲ ਜੁੜਦਾ ਚਲਾ ਗਿਆ। ਔਰ ਮੈਂ ਜਿਸ ਵੇਲੇ ਸਮਾਜ 'ਚ ਇਹ ਦੇਖਦਾ ਵੀ ਇਹਦੇ ਵਿੱਚ ਬਹੁਤ ਕੁਛ ਅਜਿਹਾ ਹੋ ਰਿਹਾ ਜਿਹਨੂੰ ਬਦਲਣ ਦੀ ਜ਼ਰੂਰਤ ਹੈ, ਇਹਨੂੰ ਪਰਿਵਰਤਿਤ ਕਰਨ ਦੀ ਜ਼ਰੂਰਤ ਹੈ। ਅਤੇ ਮੇਰਾ ਫਿਰ ਜਿਹੜਾ ਰੁਝਾਨ ਆ, ਮੇਰੀ ਪੜ੍ਹਾਈ ਦੇ ਨਾਲ ਨਾਲ ਮੇਰਾ ਲਿਖਣ ਦਾ ਰੁਝਾਨ ਹੋਇਆ। ਸਭ ਤੋਂ ਪਹਿਲਾਂ ਮੈਂ ਜਿਹੜੀ ਕਵਿਤਾਵਾਂ ਸੀਗੀਆਂ ਉਹ ਲਿਖਣੀ ਸ਼ੁਰੂ ਕੀਤੀਆਂ, ਔਰ ਕਵਿਤਾਵਾਂ ਤੋਂ ਬਾਅਦ ਫਿਰ ਮੈਂ ਵੱਡੇ ਵੱਡੇ ਲੇਖ ਅਤੇ ਵੱਡੀਆਂ ਵੱਡੀਆਂ ਰਚਨਾਵਾਂ, ਜਿਨ੍ਹਾਂ ਦੇ ਵਿੱਚ ਸਾਡੇ ਜਿੰਨੇ ਵੀ ਥਿੰਕਰ ਹੋਏ ਆ, ਖਾਸ ਕਰਕੇ ਜਿਹੜੇ ਸਾਡੇ ਯੂਰਪ ਦੇ ਥਿੰਕਰ ਹੋਏ ਆ, ਔਰ ਸਾਡੇ ਮੁਲਕ ਦੇ ਜਿਹੜੇ ਥਿੰਕਰ ਹੋਏ ਆ, ਮੈਂ ਉਹਨਾਂ ਨੂੰ ਪੜ੍ਹਿਆ। ਜਿੱਦਾਂ ਜਵਾਹਰ ਲਾਲ ਨਹਿਰੂ ਹੋਏ, ਉਹਨਾਂ ਦੀ ਜਿਹੜੀ ਆਤਮ ਕਥਾ ਉਹ ਮੈਂ ਪੜ੍ਹਦਾ ਰਿਹਾ, ਅਤੇ ਉਹਦੇ ਵਿੱਚ ਮੈਨੂੰ ਇਹਨਾਂ ਚੀਜ਼ਾਂ 'ਚ ਪੜ੍ਹਨ ਦੇ ਨਾਲ, ਜਿੱਦਾਂ ਮੈਂ ਇਹਦੀ ਮਾਰਕਸ ਦੀ ਜਿਹੜੀ ਆ ਉਹਦਾ ਲਿਟਰੇਚਰ ਜਿਹੜਾ ਪੜ੍ਹਿਆ, ਲੈਨਨ ਨੂੰ ਪੜ੍ਹਿਆ, ਅਤੇ ਇਹਨਾਂ ਨਾਲ ਜਿਹੜੇ ਮੇਰੀ ਜਿਹੜੀ ਵਿਚਾਰਧਾਰਕ ਜਿਹੜੀ ਮੇਰੀ ਹੈ ਜਿਹੜੀ ਉਚਾਈਆਂ ਉਹ ਵੱਧਦੀਆਂ ਗਈਆਂ। ਔਰ ਮੈਂ ਫਿਰ ਲਿਖਣਾ ਸ਼ੁਰੂ ਕੀਤਾ, ਅਤੇ ਮੇਰੇ ਜੋ ਲਿਖਣ ਦਾ ਢੰਗ ਰਿਹਾ ਉਹ ਸਾਰਾ ਸਮਾਜ ਨਾਲ ਜੁੜਿਆ ਰਿਹਾ, ਸਮਾਜਿਕ ਰਿਹਾ। ਸਮਾਜ ਦੇ ਵਿੱਚ ਜੋ ਜੋ ਪਰਿਵਰਤਨ ਹੋਣੇ ਚਾਹੀਦੇ ਆ, ਉਹਦੇ ਆਧਾਰ 'ਤੇ ਜਿਹੜੀਆਂ ਮੇਰੀਆਂ ਅੱਜ ਵੀ ਜਿਹੜੀਆਂ ਰਚਨਾਵਾਂ ਉਹ ਚਾਲੂ ਆ। ਅੱਜ ਵੀ ਮੇਰੀ ਜਿਹੜੀ ਪੁਸਤਕਾਂ, ਹੁਣੇ ਮੇਰੀ ਇੱਕ ਪੁਸਤਕ ਆਈ ਕਬੀਰ ਦੇ ਉੱਪਰ, ਉਹਦੇ ਵਿੱਚ ਮੇਰਾ ਆਪਣਾ ਜਿਹੜਾ ਇੱਕ ਭੂਮਿਕਾ ਜਿਹੜੀ ਉਹ ਮੇਰੀ ਉਹਦੇ ਵਿੱਚ ਉਹਨੇ ਸ਼ਾਮਿਲ ਕੀਤੀ ਆ। ਸੋ ਇਸ ਤਰ੍ਹਾਂ ਹੈ ਜਿਹੜੇ ਸਮਾਜ ਨਾਲ ਜੁੜੇ ਜਿਹੜੇ ਸਾਡੇ ਹੈਗੇ ਆ ਸਮੱਸਿਆਵਾਂ ਜਾਂ ਪ੍ਰਸ਼ਨ, ਉਹਨਾਂ 'ਤੇ ਮੇਰਾ ਅੱਜ ਵੀ ਜਿਹੜਾ ਉਹ ਕੰਮ ਜਾਰੀ ਹੈ। ਜਦੋਂ ਸਭ ਤੋਂ ਪਹਿਲੀ ਪੁਸਤਕ ਆਈ ਸੀ ਤਾਂ ਉਸ ਵੇਲੇ ਕਿਸ ਤਰ੍ਹਾਂ ਦਾ ਅਨੁਭਵ ਸੀਗਾ? ਮੈਂ ਐਕਚੁਅਲੀ ਜਿਹੜਾ ਮੇਰਾ ਸਭ ਤੋਂ ਪਹਿਲਾ ਜਿਹੜਾ ਕੰਮ ਸੀ ਉਹ ਅਨੁਵਾਦ ਤੋਂ ਸ਼ੁਰੂ ਹੋਇਆ। ਜਿਹੜੀ ਰਚਨਾ ਮੈਨੂੰ ਚੰਗੀ ਲੱਗਦੀ ਸੀ, ਜਿਹੜੀ ਪੁਸਤਕ ਮੈਨੂੰ ਚੰਗੀ ਲੱਗਦੀ ਸੀ, ਮੈਂ ਉਹ ਚਾਹੇ ਹਿੰਦੀ ਦੇ ਵਿੱਚ ਹੋਵੇ, ਜੇ ਹਿੰਦੀ ਵਿੱਚ ਆ ਤਾਂ ਮੈਂ ਉਹਦੀ ਪੰਜਾਬੀ ਕਰਨੀ ਆ, ਜੇ ਪੰਜਾਬੀ ਦੇ ਵਿੱਚ ਆ ਤਾਂ ਉਹਨੂੰ ਹਿੰਦੀ ਦੇ ਵਿੱਚ ਮੈਂ ਟਰਾਂਸਲੇਟ ਕਰਕੇ ਅਤੇ ਮੈਂ ਉਸ ਪੁਸਤਕ ਨੂੰ ਗਾਹਾਂ ਤੋਰਿਆ, ਉਹਨੂੰ ਛਪਵਾਇਆ। ਜਿਹਦੇ ਵਿੱਚ ਜਿਹੜੀ ਮੇਰੀ ਜਿਹੜੀ ਖਾਸ ਚਰਚਿਤ ਪੁਸਤਕ ਆ ਉਹ ਸਾਡੇ ਇੱਕ ਦਲਿਤ ਸਾਹਿਤਕਾਰ ਓਮ ਪ੍ਰਕਾਸ਼ ਵਾਲਮੀਕੀ ਸੀ। ਹੁਣ ਤਾਂ ਸ਼ਾਇਦ ਉਹਨਾਂ ਦੀ ਡੈਥ ਹੋ ਚੁੱਕੀ ਆ। ਅਤੇ ਉਹਨਾਂ ਦੀ ਇੱਕ ਪੁਸਤਕ ਸੀ ਆਤਮ ਕਥਾ ਜੂਠਨ, ਉਹ ਹਿੰਦੀ ਵਿੱਚ ਸੀ, ਯੂਪੀ ਦੇ ਸਨ, ਅਤੇ ਉਹ ਪੰਜਾਬੀ 'ਚ ਕਰਕੇ ਉਹਦਾ ਜੂਠ ਦੇ ਨਾਂ 'ਤੇ ਉਹ ਛਪੀ ਆ। ਅਤੇ ਅੱਜ ਵੀ ਉਹਦੇ ਘੱਟੋ ਘੱਟ 4-5 ਜਿਹੜੇ ਉਹਦੇ ਐਡੀਸ਼ਨ ਆ ਛਪ ਚੁੱਕੇ ਆ। ਅਤੇ ਉਸ ਤੋਂ ਮੇਰਾ ਜਿਹੜਾ ਕੰਮ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਫਿਰ ਅਖਬਾਰਾਂ ਦੇ ਵਿੱਚ, ਹਿੰਦੀ ਅਖਬਾਰਾਂ ਦੇ ਵਿੱਚ ਮੇਰੇ ਅਨੁਵਾਦ ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਇਹ ਲਗਾਤਾਰ ਜਿਹੜੇ ਉਹ ਛਪਦੇ ਰਹੇ ਆ। ਕਾਫੀ, ਜੇ ਮੈਂ ਇਹਨਾਂ ਦਾ ਹਿਸਾਬ ਲਾਵਾਂ, ਜਿੰਨੇ ਵੀ ਮੇਰੀਆਂ ਰਚਨਾਵਾਂ ਜਾਂ ਅਨੁਵਾਦ ਛਪੇ ਆ, ਘੱਟੋ ਘੱਟ ਵੀ 20-25 ਕਿਤਾਬਾਂ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਉਹ ਬਣ ਸਕਦੀਆਂ।
तो वो जी मेरी यात्रा जी अज लिखन की अज भी वो जारी आ। तो इस तरह जो मेरा लिखन का जोड़ा वो शुरू होया। तो ये जरा मेरी जी एक कविता सी वो नाम सी आज का एकलव्य। वो हिंदी दे विच सी। तो वो साढ़े एक यूनीवर्सिटी है दिल्ली की, उन्होंने इंदिरा गांधी ओपन यूनीवर्सिटी, जिहदा छोटा नाम जिहड़ा हैगा इग्नू है। तो ਉਹਦੇ ਵਿੱਚ ਜਿਹੜੇ ਬੱਚੇ हिंदी ਦੇ ਵਿੱਚ MA ਦੀ ਕਲਾਸਿਸ ਦੇ ਵਿੱਚ ਦਲਿਤ ਸਾਹਿਤ ਦਾ ਜਿਹੜਾ ਕੋ ਰੱਖਦੇ ਸਬਜੈਕਟ, ਤੇ ਉਹ ਸਿਲੇਬਸ ਦੇ ਵਿੱਚ ਜਿਹੜੀ ਮੇਰੀ ਇੱਕ ਕਵਿਤਾ ਹੈ ਉਹ ਸ਼ਾਮਲ ਹੈ। ਔਰ ਅੱਜ ਵੀ ਉਸ ਨੂੰ ਉਹਦੇ ਬੱਚੇ ਜਿਹੜੇ ਉਹ ਪੜ੍ਹ ਰਹੇ ਆ। ਔਰ ਇਸ ਤੋਂ ਇਲਾਵਾ ਜਿਹੜੀ ਮੇਰੀ ਇੱਕ ਆਤਮ ਕਥਾ ਹੈ ਮੋਚੀ ਦੇ ਨਾਂ ਦੀ, ਤੇ ਉਹ ਜਿਹੜੀ ਆ ਉਹ ਕਾਫੀ ਉਹ ਉੱਤੇ ਕੰਮ ਹੋ ਰਿਹਾ। ਉੱਤੇ ਉਸ ਮੇਰੀ ਪੁਸਤਕ ਦੇ ਉੱਪਰ ਬੱਚੇ ਯੂਨੀਵਰਸਿਟੀ ਦੇ ਵਿੱਚ, ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਤੇ ਬੱਚੇ ਕੰਮ ਕਰ ਰਹੇ ਆ, ਕੁਛ ਮੇਰੀ ਕਵਿਤਾਵਾਂ 'ਤੇ ਕੰਮ ਹੋ ਰਿਹਾ। ਸੋ ਇਸ ਤਰ੍ਹਾਂ ਹੈ ਜਿਹੜਾ ਗਾਹਾਂ ਤੋਂ ਗਾਹਾਂ ਜਿਹੜਾ ਮੇਰਾ ਇਹ ਸਫ਼ਰ ਚਾਲੂ ਆ। ਮੋਚੀ ਇੱਕ ਆਤਮ ਕਥਾ ਬਹੁਤ ਫੇਮਸ ਹੋਈ ਹੈ, ਲੋਕਾਂ ਤੱਕ ਹੋਈ, ਜਿਸ ਨਾਲ ਤੁਹਾਨੂੰ ਪਹਿਚਾਣ ਵੀ ਬਹੁਤ ਸਾਰੇ ਮੀਡੀਆ ਨੇ ਵੀ ਤੁਹਾਨੂੰ ਕਵਰ ਦਿੱਤੀ। ਲੇਕਿਨ ਉਸ ਦੇ ਵਿੱਚ ਅਹਿਮ ਭੂਮਿਕਾ ਇੱਕ ਮੋਚੀ ਦੀ ਸੀ। ਉਸ ਨੂੰ ਕਿਸ ਤਰ੍ਹਾਂ ਦਾ ਤੁਸੀਂ ਉਜਾਗਰ ਕੀਤਾ ਜਿਸ ਨਾਲ ਜਿਹੜਾ ਇਹ ਲੋਕਾਂ ਤੱਕ ਪਹੁੰਚ ਸਕਿਆ? ਐਕਚੁਅਲੀ ਜਿਹੜੀ ਮੇਰੀ ਆਤਮ ਕਥਾ ਮੋਚੀ ਆ, ਇਹਦਾ ਪੂਰਾ ਨਾਂ ਹੈਗਾ ਮੋਚੀ ਦਾ ਜਿਹੜਾ ਇੱਕ ਜਿਹੜੀ ਆਤਮ ਕਥਾ ਹੈ ਉਹਨੂੰ ਮੈਂ ਸਾਹਿਤਕ ਰੰਗ ਦੇ ਕੇ ਇੱਕ ਮੋਚੀ ਕੀ ਅਦਬੀ ਨਾਮਾ, ਇੱਕ ਮੋਚੀ ਕਾ ਅਦਬੀ ਜ਼ਿੰਦਗੀ ਨਾਮਾ। ਤੇ ਉਹਦੇ ਵਿੱਚ ਮੈਂ ਇਹੀ ਦੱਸਿਆ ਵੀ ਸਾਡੇ ਮੁਲਕ ਦੇ ਵਿੱਚ ਜਿਹੜਾ ਸਾਡਾ ਸਮਾਜਿਕ ਢਾਂਚਾ ਉਹ ਇਸ ਤਰ੍ਹਾਂ ਦਾ ਬਣ ਗਿਆ ਵੀ ਅਸੀਂ ਇੱਕ ਬੰਦੇ ਨੂੰ ਜਿਸ ਤਰ੍ਹਾਂ ਦਾ ਉਹ ਕੰਮ ਕਰਦਾ, ਹੱਥਾਂ ਨਾਲ ਕੰਮ ਕਰਦਾ, ਅਸੀਂ ਉਹਦੀ ਸੋਚ ਸਾਡੇ ਦਿਮਾਗ 'ਚ ਉਹਦਾ ਅਕਸ ਜਿਹੜਾ ਉਹ ਉਸ ਤਰ੍ਹਾਂ ਦਾ ਹੀ ਬਣ ਗਿਆ। ਅਤੇ ਮੈਂ ਇਸ ਦੇ ਵਿਰੋਧ ਵਿੱਚ ਇਹ ਕਾਫੀ ਉਹਦੇ ਵਿੱਚ ਸ਼ਾਮਿਲ ਕੀਤਾ ਵੀ ਇਹ ਜਿਹੜੀ ਕਮੀ ਆ ਇਹ ਸਾਡੇ ਜਿਹੜਾ ਸਾਡਾ ਸਮਾਜਿਕ ਢਾਂਚਾ ਉਹਦੇ ਵਿੱਚ ਕਮੀ ਆ। ਸਾਡੀ ਜਿਹੜੀ ਸੰਸਕ੍ਰਿਤੀ ਆ, ਕਲਚਰ ਆ, ਜਿਹਨੂੰ ਸਾਡੇ ਕੇ ਦੋਸਤ ਇਹ ਵੀ ਕਹਿੰਦੇ ਵੀ ਸਾਡੀ ਕਲਚਰ ਦੁਨੀਆ 'ਚ ਬਹੁਤ ਮਹਾਨ ਆ, ਬਹੁਤ ਮਹਾਨ ਕਲਚਰ। ਮੈਂ ਉਹਦੇ ਆਧਾਰ 'ਤੇ ਸਾਰਾ ਕੁਝ ਲਿਖਿਆ ਵੀ ਸਾਡੇ ਕੀ ਕਮੀਆਂ ਔਰ ਕਿਉਂ ਜਿਹੜਾ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੜਾ ਬੰਦਾ ਜਿਹੜਾ ਕੋਈ ਹੱਥ ਦਾ ਕਾਰੀਗਰ, ਹੱਥ ਨਾਲ ਕੰਮ ਕਰਦਾ, ਚਾਹੇ ਉਹ ਮੇਰਾ ਮੋਚੀ ਵਾਲਾ ਕੰਮ ਹੋਵੇ, ਚਾਹੇ ਇੱਕ ਦਰਜੀ ਹੋਵੇ, ਚਾਹੇ ਇੱਕ ਤਰਖਾਣ ਹੋਵੇ, ਉਹਦੀ ਪਛਾਣ 19 ਸਮਾਜ ਦੇ ਵਿੱਚ ਉਹਦਾ ਇੰਨਾ ਵਧੀਆ ਨਹੀਂ ਜਿੰਨਾ ਇੱਕ ਕਿਸੇ ਹੋਰ ਕੰਮ ਕਰਨ ਵਾਲੇ ਦਾ, ਕਿਸੇ ਬਾਬੂ ਦਾ ਹੈ, ਕਿਸੇ ਵੱਡੇ ਦੁਕਾਨਦਾਰ ਦਾ ਹੈ, ਕਿਸੇ ਵੱਡੇ ਬਿਜ਼ਨਸਮੈਨ ਦਾ ਹੈਗਾ। ਸੋ ਇਹ ਇੱਕ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਦੁਨੀਆ ਅੱਜ ਸੋਹਣੀ ਬਣੀ ਆ, ਚੰਗੀ ਬਣੀ ਆ, ਉਹਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ, ਅਸੀਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਦੇਖਦੇ ਹਾਂ, ਜਹਾਜ਼ ਦੇਖਦੇ ਹਾਂ, ਅਸੀਂ ਵੱਡੇ ਵੱਡੇ ਹੋਰ ਚੀਜ਼ਾਂ ਬਣੀਆਂ ਦੇਖਦੇ ਹਾਂ, ਤਾਂ ਉਹ ਹੱਥਾਂ ਨੇ ਬਣ ਕੇ ਆਈਆਂ, ਇੱਕ ਆਦਮੀ ਨਹੀਂ ਉਹਨੂੰ ਬਣਾਇਆ। ਦਵਾਰਕਾ ਜੀ, ਲੇਕਿਨ ਤੁਹਾਨੂੰ ਮੋਚੀ ਆਤਮ ਕਥਾ ਨੇ ਇੱਕ ਪਹਿਚਾਣ ਦਿੱਤੀ, ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਨਿਖਾਰਿਆ, ਲੋਕਾਂ ਤੱਕ ਪਹੁੰਚਾਇਆ, ਆਪਣੀ ਕਲਾ ਨੂੰ ਪਹਿਚਾਣ ਦਵਾਈ ਕਿ ਇੱਕ ਰਾਈਟਰ ਜਿਹੜਾ ਹੈ ਜ਼ਰੂਰੀ ਨਹੀਂ ਕਿ ਇੱਕ ਕਿੱਤੇ ਨਾਲ ਵੱਜਿਆ ਹੋਇਆ ਹੈ ਕਿ ਉਹ ਆਪਣੇ ਕਰਮ ਕਰਕੇ ਹੀ ਜਿਹੜਾ ਹੈ ਉਹ ਉਸ ਨੂੰ ਪਹਿਚਾਣ ਮਿਲਦੀ ਹੈ, ਲੇਕਿਨ ਇੱਕ ਕਿਰਤ ਕਰਨ ਵਾਲਾ ਵਿਅਕਤੀ ਵੀ ਜਿਹੜਾ ਹੈ ਇੱਕ ਅੱਛਾ ਰਾਈਟਰ ਉੱਭਰ ਕੇ ਸਾਹਮਣੇ ਆ ਸਕਦਾ, ਜੋ ਤੁਹਾਡੀ ਪਹਿਚਾਣ ਬਣੀ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ? ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਅੱਜ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਮਾਨਸਿਕਤਾ ਰਹਿੰਦੀ ਆ, ਲੇਕਿਨ ਇਸ ਮਾਨਸਿਕਤਾ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਤੁਸੀਂ ਕੀ ਅਨੁਭਵ ਕੀਤਾ? ਹਾਂ, ਐਕਚੁਅਲੀ ਇਸ ਤਰ੍ਹਾਂ ਜੀ ਜਿਹੜੀ ਸਾਡੇ ਸਮਾਜ ਜਿਹੜੀਆਂ ਭਾਵਨਾਵਾਂ ਨਾ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤੀ ਹੈ ਵੀ ਆਦਮੀ ਦੇ ਕੰਮ ਦੇ ਨਾਲ ਉਹਦੀ ਪਛਾਣ ਹੁੰਦੀ ਆ, ਇਹ ਸਾਡੇ ਜਦ ਤੱਕ ਸਾਡੇ ਜਿਹੜਾ ਸੋਸ਼ਲ ਸੈਟਅਪ ਆ, ਖਾਸ ਕਰਕੇ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਸਾਡੇ ਜਿਹੜੇ ਪੁਰਾਣੇ ਗ੍ਰੰਥ ਆ, ਧਾਰਮਿਕ ਗ੍ਰੰਥ ਆ, ਮੈਂ ਉਹਨਾਂ ਨੂੰ ਨੀਤੀ ਗ੍ਰੰਥ ਵੀ ਕਹਿੰਦਾ, ਉਹਦੇ ਵਿੱਚ ਜਿਹੜੀ ਚੀਜ਼ਾਂ ਇਹਦੇ ਵਿੱਚ ਸ਼ਾਮਲ ਆ। ਮੈਨੂੰ ਯਾਦ ਆ ਮੇਰੇ ਕੋਲ ਇੱਕ ਪੁਸਤਕ ਪਈ ਆ ਧਾਰਮਿਕ ਨੀਤੀ ਗ੍ਰੰਥ ਆ ਹਿੰਦੂਆਂ ਦਾ, ਉਹਦੇ ਵਿੱਚ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਇੱਕ ਮੋਚੀ, ਇੱਕ ਸੁਨਿਆਰਾ, ਇੱਕ ਬਹੇਲੀਆ, ਇੱਕ ਦਰਜੀ, ਇਸ ਤਰ੍ਹਾਂ ਇੱਕ ਦੋ ਕੰਮ ਕਰਨ ਵਾਲੇ ਹੋਰ ਆ, ਉਹਨਾਂ ਦੇ ਹੱਥੋਂ ਲੈ ਕੇ ਨਹੀਂ ਖਾਣਾ ਚਾਹੀਦਾ। ਸੋ ਜਦ ਤੱਕ ਇਹ ਜਿਹੜੇ ਵਿਚਾਰ ਆ ਸਾਡੇ ਮਨਾਂ 'ਚ ਨਹੀਂ ਜਾਂਦੇ,
ਅਸੀਂ ਉਹਨਾਂ ਲੋਕਾਂ ਨੂੰ, ਉਹਨਾਂ ਵਿਚਾਰਾਂ ਨੂੰ ਅਸੀਂ ਖਤਮ ਨਹੀਂ ਕਰਦੇ, ਜਾਂ ਉਹਨਾਂ ਦੀ ਅਸੀਂ ਉਹਨਾਂ ਦੇ ਪ੍ਰਤੀ ਅਸੀਂ ਨਹੀਂ ਦੂਏ ਹੁੰਦੇ, ਤਾਂ ਬਹੁਤ ਮੁਸ਼ਕਿਲ ਹੈ ਸਮਾਜ ਨੂੰ ਬਦਲਣਾ। ਔਰ ਇਹ ਬਦਲੇਗਾ ਤਦੇ ਹੀ ਜਦੋਂ ਸਾਡੀ ਸੋਚ ਬਦਲੇਗੀ। ਤਾਂ ਇਸ ਕਰਕੇ ਮੈਂ ਇਹ ਜਿਹੜਾ ਮੇਰਾ ਨਜ਼ਰੀਆ ਉਹ ਇਹੀ ਆ ਵੀ ਜੇ ਅਸੀਂ ਆਪਣੇ ਵਿਚਾਰ ਬਦਲਨੇ ਆ ਤਾਂ ਸਾਨੂੰ ਉਹਦੇ ਨਾਲ ਜਿਹੜੀ ਸਾਡੀ ਆਪਣੀ ਇੱਕ ਸੋਚ ਹੈ, ਸਾਡਾ ਜਿਹੜਾ ਅਸੀਂ ਜੋ ਸਮਾਜ ਦੇਖਦੇ ਹਾਂ ਉਹਦੇ ਖਿਲਾਫ ਕੰਮ ਕਰਨਾ ਪਵੇਗਾ, ਉਹਨਾਂ ਵਿਚਾਰਾਂ ਦੇ ਖਿਲਾਫ ਚੱਲਣਾ ਪਵੇਗਾ, ਤਾਂ ਜਾ ਕੇ ਅਸੀਂ ਜਿਹੜਾ ਸਾਹਿਤ ਸਮਾਜ ਦਾ ਢਾਂਚਾ, ਸਾਡੀ ਸੋਚ ਹੈ ਉਹ ਬਦਲੀ ਜਾ ਸਕਦੀ ਹੈ। ਤੁਸੀਂ ਮੰਨਦੇ ਹੋ ਕਿ ਸਾਹਿਤਕ ਸਮਾਜ ਜਿਹੜਾ ਹੈ ਇਸ ਵਕਤ ਜਿਹੜੀ ਲੋਕਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਕਾਮਯਾਬ ਹੋਇਆ? ਕਿਉਂਕਿ ਅੱਜ ਵੀ ਜਿਹੜਾ ਹੈ ਲੋਕ ਜਿਹੜੇ ਸਾਹਿਤ ਨਾਲ ਬਹੁਤ ਸਾਰੇ ਲੋਕ ਜੁੜੇ ਪਏ ਆ, ਔਰ ਸਾਹਿਤ ਨੂੰ ਪੜ੍ਹ ਕੇ ਅੱਜ ਜਿਹੜਾ ਹੈਗਾ ਅੱਜ ਦੇਖੋ ਤਾਂ ਪੂਰੇ ਵਰਲਡ ਦੇ ਵਿੱਚ ਨਿਖਾਰ ਆਇਆ। ਵਰਲਡ ਜਿਹੜਾ ਹੈ ਸਾਹਿਤਕ ਦੇ ਨਾਲ ਜੁੜਿਆ ਹੋਇਆ ਹੈ, ਔਰ ਸਾਹਿਤਕ ਪੁਸਤਕਾਂ ਜਿਹੜੀਆਂ ਹੈ ਲੋਕਾਂ ਨੂੰ ਗਿਆਨ ਪ੍ਰਾਪਤ ਕਰਾ ਰਹੀ। ਹਾਂ, ਸਾਹਿਤ ਦੀ ਬਹੁਤ ਸਮਾਜ ਨੂੰ ਬਦਲਣ ਵਿੱਚ ਸਾਹਿਤ ਦੀ ਬਹੁਤ ਭੂਮਿਕਾ ਰਹੀ ਆ। ਜਿਨ੍ਹਾਂ ਮੁਲਕਾਂ ਦੇ ਵਿੱਚ ਅੱਜ ਤਬਦੀਲੀਆਂ ਹੋਈਆਂ, ਖਾਸ ਕਰਕੇ ਮੈਂ ਜੇ ਯੂਰਪ ਦੀ ਗੱਲ ਕਰਾਂ ਤਾਂ ਉੱਥੇ ਜਿਹੜੀ ਤਬਦੀਲੀ ਹੋਈ ਆ, ਦਾ ਕੰਸੈਪਟ ਆਫ ਲਿਬਰਟੀ, ਆਜ਼ਾਦੀ ਦਾ ਜਿਹੜਾ ਇੱਕ ਉੱਥੇ ਵਿਚਾਰ ਆਇਆ, ਉਹ ਇੱਕ ਸਾਹਿਤ ਤੋਂ ਹੀ ਆਇਆ। ਜਿਹੜੇ ਉੱਥੇ ਦੇ ਵਿਚਾਰਵਾਨ ਲੇਖਕ ਸੀ ਉਹਨਾਂ ਨੇ ਉਹਦੇ ਉੱਪਰ ਲਿਖਿਆ, ਉਹਦੀ ਚਰਚਾ ਕੀਤੀ ਆ, ਅਤੇ ਉਹਦੇ ਆਧਾਰ 'ਤੇ ਜਿਹੜਾ ਸਾਡਾ ਜਿਹੜਾ ਪਰਿਵਰਤਨ ਹੁੰਦਾ ਇਹ ਤਾਂ ਸਪਸ਼ਟ ਹੀ ਆ। ਔਰ ਜਿਸ ਸਮਾਜ ਦਾ ਸਾਹਿਤ ਬਹੁਤ ਉਸਾਰੂ ਨਹੀਂ ਹੁੰਦਾ, ਬਹੁਤ ਮਾਡਰਨ ਨਹੀਂ ਹੁੰਦਾ, ਤਾਂ ਮੈਨੂੰ ਇਹ ਲੱਗਦਾ ਵੀ ਉੱਥੇ ਜਿਹੜੀ ਵਿਚਾਰਧਾਰਾ ਵੀ ਜਿਹੜੀ ਆ ਬਹੁਤ ਮਾਡਰਨ ਨਹੀਂ ਹੋ ਸਕਦੀ, ਅਪਡੇਟ ਨਹੀਂ ਹੋ ਸਕਦੀ। ਇਸ ਕਰਕੇ ਸਾਡਾ ਜਿਹੜਾ ਰਾਬਤਾ ਸਾਹਿਤ ਨਾਲ ਜਿਹੜਾ ਉਹ ਬਣਿਆ ਹੀ ਰਹਿਣਾ ਚਾਹੀਦਾ ਹੈ। ਤੁਸੀਂ ਮਾਰਕਸਵਾਦ ਨੀਤੀ ਨੂੰ ਮੰਨਦੇ ਹੋ? ਕਿਉਂਕਿ ਮਾਰਕਸਵਾਦ ਨੂੰ ਤੁਸੀਂ ਪੜ੍ਹਿਆ ਹੈ। ਮਾਰਕਸਵਾਦ ਤਾਂ ਕਹਿੰਦਾ ਕਿ ਇਕੁਅਲਿਟੀ ਹੋਣੀ ਚਾਹੀਦੀ, ਬਰਾਬਰਤਾ ਦਾ ਅਧਿਕਾਰ ਹੋਣਾ ਚਾਹੀਦਾ, ਲੇਕਿਨ ਜਿਹੜਾ ਅੱਜ ਵੀ ਜਿਹੜਾ ਹੈ ਬਹੁਤ ਸਾਰੇ ਲੋਕ ਬਰਾਬਰਤਾ ਦੇ ਅਧਿਕਾਰ ਨੂੰ ਨਹੀਂ ਮੰਨਦੇ, ਕਿਉਂਕਿ ਅੱਜ ਵੀ ਬਹੁਤ ਸਾਰਾ ਫਰਕ ਹੈ। ਤੁਸੀਂ ਮੰਨਦੇ ਹੋ ਕਿ ਇਸ ਨਾਲ ਜਿਹੜਾ ਸਮਾਜਿਕ ਢਾਂਚੇ ਦੇ ਉੱਤੇ ਕਿਤੇ ਨਾ ਕਿਤੇ ਫਰਕ ਪੈਂਦਾ? ਹਾਂ, ਐਕਚੁਅਲੀ ਜਿਹੜਾ ਮਾਰਕਸਵਾਦ ਆ, ਜਿੱਦਾਂ ਮੈਂ ਸਮਝਿਆ, ਜਿਹੜਾ ਮਾਰਕਸਵਾਦ ਆ ਇਹ ਇੱਥੇ ਜ਼ਰੂਰ ਇਹ ਗੱਲ ਕਰਦੇ ਵੀ ਹਰ ਇੱਕ ਬੰਦੇ ਨੂੰ ਜਿਹੜਾ ਸਮਾਜ 'ਚ ਵਿਚਰਦਾ, ਜਿਹੜਾ ਉਸ ਕੰਟਰੀ ਦੇ ਜਾਂ ਮੁਲਕ ਦੇ ਵਿੱਚ ਰਹਿੰਦਾ, ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ, ਚਾਹੇ ਉਹ ਰੋਟੀ ਦੀਆਂ, ਚਾਹੇ ਉਹਦੇ ਕੱਪੜੇ ਦੀਆਂ, ਚਾਹੇ ਉਹ ਰਹਿਣ ਬਹਿਣ ਦੀਆਂ, ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਪਰ ਮੈਂ ਜਿੱਥੋਂ ਮੈਂ ਮਾਰਕਸਵਾਦ ਤੋਂ ਜਿੱਥੋਂ ਮੈਂ ਮੋੜ ਲਿਆ, ਉਹ ਮੋੜ ਮੈਂ ਇੱਥੋਂ ਲੈਂਦਾ ਫਿਰ ਇਹਨਾਂ ਚੀਜ਼ਾਂ ਤੋਂ ਇਲਾਵਾ, ਰੋਟੀ ਪਾਣੀ ਪੇਟ ਤੋਂ ਇਲਾਵਾ ਇੱਕ ਸਮਾਜ ਦੇ ਵਿੱਚ ਸਾਡੇ ਇੱਕ ਨਜ਼ਰੀਆ ਵੀ ਬਣਦਾ। ਜਿਸ ਤਰ੍ਹਾਂ ਸਾਡੀ ਸੰਸਕ੍ਰਿਤੀ ਆ, ਅਸੀਂ ਇਹ ਮੰਨ ਕੇ ਤੁਰਦੇ ਹਾਂ ਜਦ ਤੱਕ ਉਹਦੇ ਵਿੱਚ ਚੇਂਜ ਨਹੀਂ ਆਉਂਦੀ ਅਤੇ ਆਦਮੀ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜੀ ਉਹ ਚੇਂਜ ਨਹੀਂ ਆ ਸਕਦੀ, ਉਹ ਇਹ ਕੰਮ ਸਾਹਿਤ ਹੀ ਕਰ ਸਕਦਾ। ਸਾਹਿਤ ਲਈ ਕੁਝ ਨਈ ਰਚਨਾਵਾਂ ਦਾ ਵੀ ਉਲੇਖ ਹੋ ਰਿਹਾ ਹੈ ਕਿ ਤਿਆਰੀ ਹੋ ਰਹੀ ਹੈ ਕਿ ਨਵਾਂ ਸਾਹਿਤ ਵਿੱਚ ਕੁਝ ਨਵਾਂ ਚੇਂਜ ਲਿਆਂਦਾ ਜਾਵੇ, ਉਸ ਨੂੰ ਲੈ ਕੇ ਵੀ ਕੋਈ ਵਰਕ ਕੀਤਾ ਜਾ ਰਿਹਾ? ਹਾਂਜੀ, ਬਿਲਕੁਲ ਬਿਲਕੁਲ। ਜਿਹੜਾ ਨਵਾਂ ਸਾਹਿਤ ਆ ਉਹ ਮਤਲਬ ਜਿਹੜਾ ਸਾਡੇ ਆਦੀਵਾਸੀ ਆ, ਜਾਂ ਮੈਂ ਕਹਿ ਲਵਾਂ ਦਲਿਤ ਸਾਹਿਤ ਆ, ਉਹ ਇੱਕ ਅਜਿਹੀ ਵਿਧਾ ਜਿਹਦੇ ਵਿੱਚ ਨਵੇਂ ਵਿਚਾਰ ਆ ਰਹੇ ਆ, ਔਰ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਅੱਜ ਤੱਕ ਦਰੜੇ ਰਹੇ ਆ, ਸਮਾਜਿਕ ਲੈਵਲ ਤੋਂ ਬਹੁਤ ਥੱਲੇ ਰਹੇ ਆ, ਅਤੇ ਉਹਨਾਂ ਦੀ ਗੱਲ ਹੋ ਰਹੀ ਆ। ਔਰ ਮੈਨੂੰ ਲੱਗਦਾ ਵੀ ਖਾਸ ਕਰਕੇ ਡਾਕਟਰ ਅੰਬੇਡਕਰ ਤੋਂ ਬਾਅਦ ਜਿਹੜਾ ਇਹ ਚੱਲਣ ਆਇਆ, ਅਸੀਂ ਉਹਨਾਂ ਸਮੱਸਿਆ ਨੂੰ ਵੀ ਟੱਚ ਕਰਦੇ ਹਾਂ ਜਿਹੜੀ ਸਮੱਸਿਆਵਾਂ ਅੱਜ ਤੋਂ ਪਹਿਲਾਂ ਲਗਭਗ 50-60 ਸਾਲ ਤੋਂ ਪਹਿਲਾਂ ਉਹਨਾਂ ਦੇ ਕਦੀ ਗੱਲ ਵੀ ਨਹੀਂ ਕੀਤੀ ਜਾਂਦੀ ਸੀ। ਜਿਸ ਤਰ੍ਹਾਂ ਕਾਸਟਿਜ਼ਮ ਹੋਇਆ, ਜਿਸ ਤਰ੍ਹਾਂ ਜਾਤ ਦੇ ਤੌਰ 'ਤੇ ਊਚ ਨੀਚ ਹੋਈ ਆ, ਅਤੇ ਜਿਸ ਤਰ੍ਹਾਂ ਛੂਤ ਛਾਤ ਪਹਿਲਾਂ ਕਰਦੇ ਸੀ ਉਹ 'ਤੇ ਅਟੈਕ ਹੋਇਆ, ਉਹ ਘਟੀ ਆ। ਔਰ ਇਸੇ ਤਰ੍ਹਾਂ ਜਿਹੜੀ ਸਾਡੇ ਮੁਲਕ ਦੇ ਵਿੱਚ ਜਾਤ ਪਾਤ ਆ ਜਿਹੜੀ, ਉਹ ਅੱਜ ਵੀ ਉਹਦਾ ਜਿਹੜਾ ਉਹਦੀ ਕਰਪਟਨ ਆ, ਅੱਜ ਵੀ ਜਿਹੜਾ ਉਹਦਾ ਜਿਹੜਾ ਰੋਲ ਹੈ ਉਹ ਨੈਗੇਟਿਵ ਹੈ। ਔਰ ਅਸੀਂ ਚਾਹੁੰਦੇ ਹਾਂ ਵੀ ਕਮ ਸੇ ਕਮ ਜਿਸ ਸਮਾਜ 'ਚ ਵਿਚਰ ਰਹੇ ਆ ਉਹਦੇ ਵਿੱਚ ਜਾਤੀ ਤੌਰ 'ਤੇ ਤਾਂ ਬੰਦਾ ਇੱਕ ਬਰਾਬਰ ਹੋਵੇ, ਅਮੀਰ ਹੋਣਾ ਜਾਂ ਗਰੀਬ ਹੋਣਾ, ਜਾਂ ਚੰਗਾ ਬੰਦਾ ਹੋਣਾ ਜਾਂ ਮੰਦਾ ਹੋਣਾ, ਇਹ ਅਲੱਗ ਪ੍ਰਸ਼ਨ ਆ, ਲੇਕਿਨ ਘੱਟੋ ਘੱਟ ਸਮਾਜ ਦੇ ਵਿੱਚ ਸਾਰੇ ਬਰਾਬਰ ਤਾਂ ਹੋਣੇ ਚਾਹੀਦੇ, ਯਾਨੀ ਕਿ ਜਾਤ ਦੇ ਤੌਰ 'ਤੇ ਘੱਟੋ ਘੱਟ ਜਿਹੜਾ ਬੰਦਾ ਬਰਾਬਰ ਹੋਵੇ। ਸੋ ਸਾਡੇ ਜਿਹੜੇ ਵਿਚਾਰ ਇੱਥੇ ਖੜ੍ਹੇ ਆ, ਔਰ ਅਸੀਂ ਉਦੋਂ ਤੱਕ ਇਸ 'ਤੇ ਕੰਮ ਕਰਦੇ ਰਹਾਂਗੇ ਜਦ ਤੱਕ ਘੱਟੋ ਘੱਟ ਸਾਨੂੰ ਜਾਤ ਦੇ ਤੌਰ 'ਤੇ ਜਾਂ ਕੰਮ ਦੇ ਤੌਰ 'ਤੇ ਬੰਦੇ ਨੂੰ ਪਛਾਣਿਆ ਨਾ ਜਾ ਸਕੇ। ਦਵਾਰਕਾ ਜੀ, ਲਾਸਟ ਵਿੱਚ ਕਿ ਇਸ ਵਕਤ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਇੱਕ ਰਾਈਟਰ ਵਾਸਤੇ, ਇੱਕ ਸਾਹਿਤਕਾਰ ਵਾਸਤੇ, ਉਹ ਕਿਸ ਤਰ੍ਹਾਂ ਦੀਆਂ ਨੇ? ਕਿਉਂਕਿ ਬਹੁਤ ਸਾਰੀਆਂ ਜ਼ਰੂਰਤਾਂ ਰਾਈਟਰ ਦੀਆਂ ਵੀ ਹੁੰਦੀਆਂ, ਜਿਸ ਤਰ੍ਹਾਂ ਤੁਸੀਂ ਰਾਈਟਿੰਗ ਦੇ ਨਾਲ ਇੱਕ ਸਾਹਿਤਕਾਰ ਹੋ, ਲਿਖਦੇ ਹੋ,
ਲੇਕਿਨ ਨਾਲ ਆਪਣਾ ਕਿੱਤਾ ਕਰਦੇ ਹੋ। ਲੇਕਿਨ ਇਸ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਬਹੁਤ ਸਾਰੀਆਂ ਕਮੀਆਂ ਹੈ ਜਿਸ ਨੂੰ ਨਿਖਾਰਨ ਵਾਸਤੇ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤਾਂ ਜੋ ਸਾਹਿਤ ਅੱਛਾ ਲੋਕਾਂ ਤੱਕ ਪ੍ਰਦਾਨ ਕਰਵਾਇਆ ਜਾ ਸਕੇ, ਉਹਨਾਂ ਤੱਕ ਅੱਛੇ ਸਾਹਿਤ ਨਾਲ ਜੋੜਿਆ ਜਾ ਸਕੇ, ਜਿਹੜੇ ਲੋਕ ਨੇ ਉਹ ਜੁੜ ਸਕਣ, ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਸਾਹਿਤ ਨਾਲ ਜੁੜੇ ਹੈ, ਬਹੁਤ ਸਾਰੇ ਅੱਜ ਵੀ ਜਿਹੜੇ ਸਾਹਿਤ ਨੂੰ ਨਹੀਂ ਪੜ੍ਹ ਰਹੇ। ਹਾਂ, ਵੈਸੇ ਦੇਖਿਆ ਜਾਵੇ ਤਾਂ ਸਾਡੇ ਜਿਹੜੀਆਂ ਸਰਕਾਰਾਂ, ਸਾਡਾ ਜਿਹੜਾ ਇੱਕ ਲੇਖਕ ਦਾ ਰੋਲ ਹੈ ਉਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਜੋ ਸਰਕਾਰ ਦੀਆਂ ਪਾਲਿਸੀਆਂ ਹੋਣ ਉਹਦੇ ਆਧਾਰ 'ਤੇ ਹੀ ਚੱਲੇ ਜਾਂ ਉਹਦੇ ਮੁਤਾਬਕ ਚੱਲੇ। ਇੱਕ ਜਿਹੜਾ ਵਧੀਆ ਲੇਖਕ ਆ, ਉਹ ਇੱਕ ਜਿਹੜਾ ਸੈਂਸਿਟਿਵ ਲੇਖਕ ਆ, ਉਹ ਸਰਕਾਰਾਂ ਦੀਆਂ ਉਹਨਾਂ ਪਾਲਿਸੀਆਂ ਦੇ ਉਲਟ ਚੱਲਦਾ, ਉਹਨਾਂ ਦਾ ਉਹ ਖਿਲਾਫਤ ਕਰਦਾ ਜਿਹੜੀਆਂ ਉਹਦੇ ਪਸੰਦ ਨਹੀਂ ਹੁੰਦੀਆਂ। ਔਰ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਰਕਾਰ ਘੱਟੋ ਘੱਟ ਜਿਹੜੇ ਲੋਕ ਸਮਾਜਿਕ ਤੌਰ 'ਤੇ ਇਹ ਕੰਮ ਕਰ ਰਹੇ ਆ, ਤਮਾਮ ਖਤਰੇ ਲੈ ਕੇ ਇਹ ਕੰਮ ਕਰ ਰਹੇ ਆ, ਸਰਕਾਰਾਂ ਨੂੰ ਉਹਨਾਂ ਨੂੰ ਜ਼ਰੂਰ ਉਹਨਾਂ 'ਤੇ ਧਿਆਨ ਦੇਣਾ ਚਾਹੀਦਾ। ਜੇ ਮਦਦ ਨਹੀਂ ਹੁੰਦੀ, ਘੱਟੋ ਘੱਟ ਜਿਹੜੀਆਂ ਉਹਨਾਂ ਦੀਆਂ ਪੁਸਤਕਾਂ, ਜਿਹੜਾ ਉਹਨਾਂ ਦਾ ਲਿਟਰੇਚਰ ਆ, ਉਹ ਲਿਟਰੇਚਰ ਜਿਹੜਾ ਅਸੀਂ ਆਪਣੇ ਕੋਲੋਂ ਪੈਸੇ ਖਰਚ ਕੇ ਛਪਵਾ ਰਹੇ ਹਾਂ, ਜੇ ਉਹ ਸਰਕਾਰ ਚਾਹੇ ਤਾਂ ਉਹ ਬਹੁਤ ਕੁਛ ਕਰ ਸਕਦੀ ਆ, ਉਹਨੂੰ ਇੱਕ ਮੂਵਮੈਂਟ ਦੇ ਤੌਰ 'ਤੇ ਵਰਤ ਸਕਦੀ ਆ। ਕਿਉਂਕਿ ਬਗੈਰ ਸਾਹਿਤ ਤੋਂ, ਬਗੈਰ ਪੁਸਤਕਾਂ ਤੋਂ ਜੇ ਆਪਾਂ ਕਹੀਏ ਕਿ ਸਮਾਜ ਦੇ ਵਿੱਚ ਕੋਈ ਪਰਿਵਰਤਨ ਆਏਗਾ, ਵਿਚਾਰਾਂ ਦੇ ਵਿੱਚ ਆਏਗਾ, ਤਾਂ ਸ਼ਾਇਦ ਬਹੁਤ ਹੀ ਮੁਸ਼ਕਲ ਹੈ। ਹਾਂਜੀ। ਦਵਾਰਕਾ ਜੀ, ਪਰਿਵਾਰਕ ਸਹਿਯੋਗ ਦੀ ਗੱਲ ਕਰੀਏ, ਪਰਿਵਾਰਕ ਸਹਿਯੋਗ ਕਿਸ ਤਰ੍ਹਾਂ ਦਾ ਸੀਗਾ? ਅੱਜ ਪਰਿਵਾਰ ਦੇ ਵਿੱਚ ਕੌਣ ਨੇ ਜਿਹੜਾ ਤੁਹਾਡਾ ਇਸ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਨੇ? ਪਰਿਵਾਰਕ ਇਹਦਾ ਹੈਗੀ ਜੀ, ਪਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦਾ ਮੇਰਾ ਕੋਈ ਵਿਰੋਧ ਤਾਂ ਨਹੀਂ ਹੋਇਆ ਕੋਈ ਵੀ। ਔਰ ਬਚਪਨ ਤੋਂ ਹੀ ਮੈਂ ਜਿਉਂ ਪੜ੍ਹਦਾ ਆ ਰਿਹਾ, ਅਤੇ ਸਾਡੇ ਪਿਤਾ ਜੀ ਪਹਿਲਾਂ ਕਹਿੰਦੇ ਹੁੰਦੇ ਸੀ, ਕਾਕਾ ਤੂੰ ਪੜ੍ਹਦਾ ਬਹੁਤ ਆ, ਤੂੰ ਔਰ ਉਹ ਚੀਜ਼ਾਂ ਪੜ੍ਹ ਰਿਹਾ ਜਿਹੜੀਆਂ ਤੇਰੀ ਸਿਲੇਬਸ ਵਿੱਚ ਹੈ ਨਹੀਂ। ਤਾਂ ਕਈ ਵਾਰੀ ਉਹ ਨਾਰਾਜ਼ ਵੀ ਹੁੰਦੇ ਸੀ। ਅਤੇ ਬਾਕੀ ਜਿਹੜਾ ਮੇਰਾ ਆਪਣਾ ਮੇਰਾ ਕੰਮ ਆ ਜਾਂ ਮੇਰਾ ਲਿਖਣ ਪੜ੍ਹਨ ਦਾ ਕੰਮ ਆ, ਇਹਦੇ ਵਿੱਚ ਜਿਹੜਾ ਮੇਰੇ ਪਰਿਵਾਰ ਦਾ ਘੱਟੋ ਘੱਟ ਮੇਰੇ ਜਿਹੜੇ ਬੱਚੇ ਆ, ਮੇਰੇ 3 ਲੜਕੇ ਆ, ਉਹਨਾਂ ਦਾ ਯੋਗਦਾਨ ਤਾਂ ਸ਼ਾਇਦ ਨਹੀਂ ਹੈ ਬਹੁਤਾ, ਪਰ ਕਦੀ ਵਿਰੋਧ ਨਹੀਂ ਹੋਇਆ। ਔਰ ਉਹਨਾਂ ਨੇ ਮੇਰੀ ਹਰ ਜਗ੍ਹਾ ਮਦਦ ਕੀਤੀ। ਮੰਨ ਲਓ ਜੇ ਮੈਨੂੰ ਕਿਸੇ ਪੁਸਤਕ ਦੀ ਲੋੜ ਆ, 1000-1500 ਦੀ ਪੁਸਤਕ ਆ, ਔਰ ਮੈਂ ਆਪਣੇ ਲੜਕਿਆਂ ਨੂੰ ਕਹਿੰਦਾ ਹੁੰਦਾ ਵੀ ਕਾਕਾ ਤੂੰ ਮੇਰੀ ਪੁਸਤਕ ਮੰਗਵਾ ਦਿਓ, ਅਤੇ ਉਹ ਫਿਰ ਮੈਨੂੰ ਉਹ ਪੁਸਤਕ ਮੰਗਵਾ ਦਿੰਦੇ। ਖੈਰ ਉਹਨਾਂ ਦਾ ਇਸ ਪੱਖੋਂ ਜਿਹੜਾ ਸਹਿਯੋਗ ਆ ਉਹ ਬਹੁਤ ਵਧੀਆ ਰਿਹਾ। ਅੱਜ ਵੀ ਮੈਨੂੰ ਪੁੱਛ ਲੈਂਦੇ, ਡੈਡੀ ਕਿਹੜੀ ਪੁਸਤਕ ਚਾਹੀਦੀ ਦੱਸੋ, ਮੈਂ ਔਨਲਾਈਨ ਮੰਗਵਾ ਦਿੰਦੇ ਹਾਂ। ਸੋ ਇਸ ਕਰਕੇ ਪਰਿਵਾਰ ਵੱਲੋਂ ਕੋਈ ਮੇਰਾ ਵਿਰੋਧ ਨਹੀਂ ਹੈ। ਔਰ ਜਿਹੜਾ ਮੇਰਾ ਪਰਿਵਾਰ ਆ ਉਹ ਮੇਰੇ ਨਾਲ ਬਿਲਕੁਲ ਜਿੱਦਾਂ ਮੈਂ ਖੜਾ ਉੱਦਾਂ ਹੀ ਮੇਰੇ ਨਾਲ ਬਰਾਬਰ ਖੜ੍ਹੇ ਆ। ਹਾਂਜੀ। ਬਿਲਕੁਲ, ਜੇਕਰ ਦਵਾਰਕਾ ਦੀ ਗੱਲ ਕੀਤੀ ਜਾਵੇ ਤਾਂ ਦਵਾਰਕਾ ਹੋਣੀ ਇਸ ਉਮਰ ਦੇ ਵਿੱਚ ਵੀ ਜਿੱਥੇ ਜਿਹੜਾ ਹੈ ਉਹ ਸਾਹਿਤ ਨੂੰ ਜਿਹੜਾ ਹੈ ਲਿਖ ਕੇ ਲੋਕਾਂ ਤੱਕ ਪਹੁੰਚਾਉਣ ਦਾ ਆਪਣਾ ਕੰਮ ਕਰ ਰਹੇ ਨੇ। ਇੱਕ ਮੋਚੀ ਦੀ ਆਤਮ ਕਥਾ ਲਿਖ ਕੇ ਉਹਨਾਂ ਨੇ ਜਿੱਥੇ ਆਪਣੀ ਉਪਲਬਧੀ ਲੋਕਾਂ ਤੱਕ ਪਹੁੰਚਾਈ ਕਿ ਇੱਕ ਮੋਚੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਸਮਾਜ ਵਿੱਚ ਕਿਸ ਤਰ੍ਹਾਂ ਦੀਆਂ ਕੁਰੀਤੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਜੋ ਉਹ ਇੱਕ ਅੱਛਾ ਰਾਈਟਰ ਬਣਦਾ ਹੈ। ਉਹ ਪੂਰੀ ਕਥਾ ਜਿਹੜੀ ਹੈ ਲੋਕਾਂ ਤੱਕ ਸਮਰਪਿਤ ਕੀਤੀ, ਜਿਸ ਤੋਂ ਬਾਅਦ ਦਵਾਰਕਾ ਨੂੰ ਇੱਕ ਪਹਿਚਾਣ ਮਿਲੀ। ਕੈਮਰਾਮੈਨ ਰਾਕੇਸ਼ ਪੱਟੀ ਦੇ ਨਾਲ ਰਮਨ ਖੋਸਲਾ, ਦਾ ਸਮਰ ਨਿਊਜ਼, ਹੁਸ਼ਿਆਰਪੁਰ।